ਕਰਨਾਲ ਦੇ ਵਿੱਚ ਕਿਸਾਨਾਂ ਵੱਲੋਂ ਇਕੱਠ ਕੀਤਾ ਗਿਆ ਅਨਾਜ ਮੰਡੀ ਦੇ ਵਿੱਚ, ਜੋ ਖੱਟਰ ਸਰਕਾਰ ਵੱਲੋਂ, ਖੱਟਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਜ਼ੁਲਮ ਢਾਇਆ ਗਿਆ ਸੀ, ਉਹਦੇ ਵਿਰੋਧ ਦੇ ਵਿੱਚ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜੀਂਦ ਤੋਂ ਆਏ ਨੇ ਸਾਰੇ ਬਜ਼ੁਰਗ ਨੇ, ਜੋ ਜੀਂਦ ਤੋਂ ਆਏ ਨੇ। ਖਾਸ ਗੱਲ ਹੈ ਕਿ ਵੀ ਹੁੱਕਾ ਜੋ ਪਛਾਣ ਹੈ, ਜੋ ਇੱਕ ਕਲਚਰ ਦਾ ਹਿੱਸਾ, ਉਹ ਹੁੱਕਾ ਵੀ ਨਾਲ ਹੈ। ਸਾਡੇ ਨਾਲ ਬਜ਼ੁਰਗ ਵੀ ਨਾਲ ਗੱਲਬਾਤ ਕਰਾਂਗੇ। ਬਜ਼ੁਰਗੋ, ਤੁਸੀਂ ਵੀ ਜੀਂਦ ਤੋਂ ਆਏ ਹੋ? हम तो हिसार से हैं जी। हिसार तो? हाँ, जो बाडो पट्टी प्लाजा है नहीं, वहाँ से आए। ਤੁਹਾਨੂੰ ਹਿਸਾਰ ਤੋਂ ਕਰਨਾਲ ਪਹੁੰਚਣ ਤੱਕ ਕਿੰਨਾ ਕੁ ਸਮਾਂ ਲੱਗਿਆ? 2.5 घंटे लगे जी। 2.5 ਘੰਟੇ ਲੱਗੇ। हाँ जी। ਤੇ ਅੱਜ ਜੋ ਇੱਥੇ ਇਕੱਠ ਰੱਖਿਆ ਗਿਆ ਸੀ ਕਰਨਾਲ ਦੇ ਵਿੱਚ, ਇਹ ਸੀ ਕਿ ਜੋ ਕੁਝ ਦਿਨ ਪਹਿਲਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਇੱਕ ਕਿਸਾਨ ਦਾ ਸਿਰ ਪਾੜ ਕੇ ਮਾਰ ਵੀ ਦਿੱਤਾ ਗਿਆ ਸੀ, ਤੇ ਉਸ ਦੇ ਵਿਰੋਧ ਦੇ ਵਿੱਚ ਇਹ ਅੱਜ ਪ੍ਰੋਗਰਾਮ ਰੱਖਿਆ ਗਿਆ। हाँ, वो रखा गया है जी। हम वो उसकी मांग ली है भाई, जो SDM ने जो अत्याचार किया है नहीं, उस पर केस लागू करना चाहिए 302 का। इस मांग को ऊपर आए हम। ਅੱਛਾ, ਤੁਸੀਂ ਹਿਸਾਰ ਤੋਂ ਹੋ। ਹਿਸਾਰ ਦੇ ਵਿੱਚ ਜੋ ਦਿੱਲੀ ਅੰਦੋਲਨ ਚੱਲਦਾ, ਹਿਸਾਰ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਜਾਣਕਾਰੀ ਉਸ ਅੰਦੋਲਨ ਦੀ? आंदोलन की सारी दुनिया ने पता है भाई, आंदोलन हो रहा है शुरू। ਸਾਰੇ ਹਿਸਾਰ ਦੇ ਵਿੱਚ ਪਤਾ ਕਿ ਅੰਦੋਲਨ ਹੋ ਰਿਹਾ। ਕੁਝ ਦਿਨ ਪਹਿਲਾਂ ਮੁਜ਼ੱਫਰਨਗਰ ਦੇ ਵਿੱਚ ਵੀ ਵੱਡਾ ਇਕੱਠ ਹੋਇਆ ਸੀ ਇੱਕ। ਹਾਂ, ਉਸ ਦੇ ਵਿੱਚ ਹਿਸਾਰ ਦੀ ਕਿੰਨੀ ਕੁ ਗਿਣਤੀ ਸੀ? हिसार की गिनती सारी तकरीबन हर गांव से 2-2 गाड़ी गई थी जी। हाँ, ਬੜੀ ਚੰਗੀ ਗੱਲ ਹੈ। ਤੇ ਜੋ ਸਰਕਾਰ ਹੈ, ਆਪਣੇ ਦੇਸ਼ ਦੀ ਇਹ ਹਕੂਮਤ ਹੈ ਜੋ ਸੱਤਾ ਭੋਗ ਰਹੀ ਹੈ, ਤਿੰਨ ਜਿਹਨੇ ਖੇਤੀ ਨਾਲ ਸੰਬੰਧਿਤ ਕਾਨੂੰਨ ਬਣਾਏ ਨੇ, ਤੁਹਾਨੂੰ ਕੀ ਲੱਗਦਾ ਵੀ ਕਦੋਂ ਤੱਕ ਮਸਲਾ ਖੇਤੀ ਵਾਲਾ ਇਹ ਹੱਲ ਹੋ ਜਾਊਗਾ? ये तो जी 2024 तक होगा। हाले कोई कोई बनार नहीं। ਜਦੋਂ ਯਾਨੀ ਕਿ ਜਦੋਂ ਇਲੈਕਸ਼ਨ ਨੇੜੇ ਆ ਜੂਗੀ 2024 ਦੀ, ਫਿਰ ਬੀਜੇਪੀ ਸਰਕਾਰ ਨੂੰ ਆਪਣੀ ਕੁਰਸੀ ਦਾ ਚੇਤਾ ਆਊਗਾ, ਫਿਰ ਜਾ ਕੇ ਕਿਸਾਨਾਂ ਦੀ ਗੱਲ ਸੁਣੂਗੀ। इनको एक ऐसी दवाई पिलाई जाएगी, वो दवाई के बाद असर होगा इनका। दवाई के बाद ਤੁਸੀਂ ਹੋਰ ਦੇਖੋ ਕਿ ਹੁੱਕਾ ਵੀ ਰੱਖਿਆ ਹੋਇਆ ਨਾਲ। ਅੱਛਾ, ਐਂ ਦੱਸੋ ਕਿ ਵੀ ਹੁੱਕਾ ਤਾਂ ਹਿਸਾਰ ਦੇ ਵਿੱਚ, ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ ਇਹ ਤਾਂ ਇੱਕ ਅੰਗ ਬਣ ਗਿਆ। ਉੱਥੇ ਤਾਂ ਹਰ ਕਈ ਨਾਲ ਇਕੱਠੇ ਹੋ ਕੇ ਬੈਠ ਕੇ ਪੀ ਜਾਂਦੇ ਆ। हाँ जी, हाँ जी। ये तो बिना बुलाई पंचायत है भाई, यो का तो इसका सारा आराम भी ले लें। ਕਹਿੰਦੇ ਜਿੱਥੇ ਜਿੱਥੇ ਤੇ ਬੈਠੇ ਹੁੰਦੇ ਆ ਕਿ ਵੀ ਨਾਲੇ ਅੱਗ ਦੱਬੀ ਹੁੰਦੀ ਹੈ। हाँ, सारे सलाह मशवरा भी करते हैं भाई, सारा जो प्रोग्राम हो नहीं। ਗੱਲ ਦੱਸੋ, ਜਿਵੇਂ ਪੰਜਾਬ ਤੋਂ ਇਹ ਲੜਾਈ ਖੇਤੀ ਕਾਨੂੰਨਾਂ ਦੀ ਸ਼ੁਰੂ ਹੋਈ ਸੀ, ਬੀਜੇਪੀ ਸਰਕਾਰ ਲਗਾਤਾਰ 6 ਸਾਲ ਤੋਂ ਆਪਣੇ ਕਾਨੂੰਨ ਥੋਪ ਰਹੀ ਹੈ ਲੋਕਾਂ ਦੇ ਉੱਤੇ, ਪਰ ਕੋਈ ਕਿਸੇ ਦੀ ਹਿੰਮਤ ਨਹੀਂ ਸੀ ਕਿ ਇੱਕ ਲੜਾਈ ਲੜੀ ਜਾਵੇ। ਪੰਜਾਬ ਨੇ ਇਹ ਲੜਾਈ ਲੜੀ। ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਪੰਜਾਬ ਬਾਰੇ ਤੁਹਾਡਾ ਕੀ ਕਹਿਣਾ? भाई बड़ा भाई आया तो छोटा भाई पीछे क्यों रहा था? फिर बड़ा भाई आया नहीं, उसकी मदद करी। ਜ਼ਰੂਰ जो पंजाब आया नहीं, वो छोटा भाई भी साथ लग लिया भाई। ਜ਼ਰੂਰਤ ਮਹਿਸੂਸ ਹੁੰਦੀ ਸੀ ਇਸ ਅੰਦੋਲਨ ਦੀ? हाँ हाँ, आंदोलन ਇੱਕ ਤਾਂ ਖੇਤੀ ਕਾਨੂੰਨਾਂ ਕਰਕੇ ਤਾਂ ਜ਼ਰੂਰੀ ਹੈ, ਕਿਉਂਕਿ ਉਸ ਦੇ ਨਾਲ ਨਾਲ ਇਹ ਅੰਦੋਲਨ ਹੋਰ ਜਿਵੇਂ इस आंदोलन ने एक ऐसा काम कर दिया जो हमारा भाईचारा बढ़ा दिया। भाईचारे के साथ एकता में बलो है। इस खेती कानून के बारे में जो किया नहीं, इन्हें गलत किया। ये आपने ये होकी दे रहा हूँ, आप नहीं लोगे नहीं, आपने क्या जरूरत है? ਧੱਕੇ ਨਾਲ ਕਿਉਂ ਦਿਓਗੇ? और धक्का नाल। ਧੱਕੇ ਸਾਥ ਕਿਉਂ ਦਿਓਗੇ? ਤੇ ਕੀ ਲੱਗਦਾ ਕਿ ਬੀਜੇਪੀ ਸਰਕਾਰ ਆਖਰ ਕੋਈ ਗੱਲਬਾਤ ਜੋ ਅੜੀ ਹੋਈ ਹੈ ਕਿ ਅਸੀਂ ਯਾਰ ਕਾਨੂੰਨ ਨਹੀਂ ਰੱਦ ਕਰਦੇ, ਤੁਸੀਂ ਸਾਨੂੰ ਕਹਿ ਦਿਓ, ਅਸੀਂ ਸੋਧਾਂ ਕਰ ਦਿੰਦੇ ਆ? जब वो आपको कह नहीं रहे संशोधन में, फिर सारा काला नहीं पड़ा। यूँ संशोधन क्यों करे थी? रिजेक्ट कर दो और MSP पर गारंटी दे दो, पहले खेल खत्म। ਹਿਸਾਰ ਦੇ ਵਿੱਚ ਅਗਲੀ ਵਾਰ ਲੋਕ ਕਿੰਨੇ ਕੁ ਨਾਲ ਤੁਰ ਸਕਦੇ ਆ ਬੀਜੇਪੀ ਸਰਕਾਰ ਦੇ? बीजेपी नाल सुकड़ा साहब है, ਜਮਾਂ ਹੀ सुकड़ा साहब, बिल्कुल सुकड़ा साहब। ਜੀ, ਤੁਹਾਡਾ ਕੀ ਕਹਿਣਾ ਬਜ਼ੁਰਗੋ? बात यह नहीं, या तो सरकार ने मान देना चाहिए, नहीं आर पार का मूड में आ रही है सरकार, किसान आर पार की लड़ाई होगी या क्रांति आवेगी? फिर क्रांति आवेगी यार, बता दिया। ये मार काट छिड़ेगी फिर। ये तो भी मान ले बढ़िया है, ये सरकार के लिए फिर भी ठीक है, और नहीं आर पार की लड़ाई है फिर यहाँ देख ज़्यादा। हाँ, ਅੱਛਾ, इतना बड़ा अनुशासन में चल रहे। ਜਿਵੇਂ ਗੁਰਨਾਮ ਸਿੰਘ ਚੜੂਨੀ ਕਹਿੰਦੇ ਨੇ ਕਿ ਜੇਕਰ ਕਿਸਾਨ ਆਪਣੇ ਬੰਦੇ ਖੜੇ ਕਰਨ ਵੋਟਾਂ ਦੇ ਵਿੱਚ, ਇਲੈਕਸ਼ਨ ਦੇ ਵਿੱਚ, ਤਾਂ ਜਾ ਕੇ ਕਿਤੇ ਨਾ ਕਿਤੇ ਹੋਰ ਵੀ ਮਜ਼ਬੂਤੀ ਮਿਲ ਸਕਦੀ ਹੈ ਅੰਦੋਲਨ ਨੂੰ। वो तो ऐसा है, देखो हम राजनीति से थोड़े प्रेरित हैं। अगर वो नहीं चाहते हम तो हमने तो क्यों जगाना आड़ते? चाहे हमारा किसान भाई आओ, चाहे कांग्रेस आओ, चाहे आप वाला आओ, चाहे कोई भी आओ, चौटाला क्यों नहीं आने चाहिए? ਸੈਂਟਰ ਦੇ ਵਿੱਚ ਕੋਈ ਸਰਕਾਰ ਆਵੇ,
ਬੀਜੇਪੀ ਨਹੀਂ ਆਉਣੀ ਚਾਹੀਦੀ। बीजेपी नहीं आनी चाहिए। अरे ये बीजेपी भीड़ा बांधांगे, शांतिपूर्ण ढंग से आंदोलन करे थे। हमारे 9.5 महीने हो गए बैठे न, हमारे 600 से ऊपर आदमी मर लिए। सरकार का आज तक दूं तक नहीं रहेंगी है। इस सरकार ने बढ़ने नहीं दिया काम। सरकार का ऐसा काम कर जाएंगे इसके हाथ बन जाएंगे। ਤੁਸੀਂ ਜੀਂਦ ਤਾਂ ਹੋ, ਜੀਂਦ ਦੇ ਵਿੱਚ ਕੀ ਸਥਿਤੀ ਹੈ ਬੀਜੇਪੀ ਸਰਕਾਰ ਦੀ? जीरो ਜ਼ੀਰੋ। जीरो, पता भी जीरो जी, अब भी जीरो। रिकॉर्ड है कि जींद का रिकॉर्ड है। कोई MP MLA बढ़कर नहीं दिखा सकता। ਸਾਰਿਆਂ ਦਾ ਬਾਈਕਾਟ ਹੈ। हाँ, बिल्कुल जी बिल्कुल। और समाहित है, आज तक झगड़ा नहीं होया। और जहाँ का चैलेंज करते हैं वहाँ पानी दे धरना दे। राजनीति जींद से चलती है हमारी, पर पूरा हरियाणा की राजनीति जींद से चलती है। ਜੀਂਦ ਦੇ ਵਿੱਚ ਜਿਵੇਂ ਖੇਤੀ ਕਰਦੇ ਨੇ, ਸਭ ਤੋਂ ਜ਼ਿਆਦਾ ਖੇਤੀ ਕਿਸ ਚੀਜ਼ ਦੀ ਕੀਤੀ ਹੁੰਦੀ ਉੱਥੇ? गन्ना या ਗੰਨੇ ਦੀ ਜੋ ਕੀਮਤ ਹੈ ਸਹੀ ਟਾਈਮ ਤੇ ਮਿਲ ਜਾਂਦੀ ਹੈ? ਉਹ टाइम पर हमारी तो खर मिल रही है, ਮਿਲ ਰਹੀ ਹੈ। लेकिन भाव में कमी है। ਕਿੰਨਾ ਹੁਣ ਕਿੰਨਾ ਰੇਟ ਹੈ ਉੱਥੇ, ਕਿੰਨਾ ਭਾਅ ਹੈ? 40 रुपये है। 340 ਰੁਪਏ। हाँ जी। ਤੁਹਾਡੀ ਕਿੰਨੀ ਮੰਗ ਹੈ ਕਿ ਕਿੰਨਾ ਕੁ ਹੋ ਜੇ? हमारा तो सारा हिसाब लाओ ना, हमारा तो 70 रुपये चाहिए। ਜੀਂਦ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਹੈ? कि मेरा काम रामकली है। हाँ जी। ਰਾਮਕਲੀ। हाँ। ਉੱਥੇ ਕਿੰਨੀ ਕੁ ਬੱਸਾਂ ਹੈ ਰਾਮਕਲੀ ਦੀ, ਕਿੰਨੇ ਕੁ ਉੱਥੇ ਵੋਟਰ ਨੇ? हमारा 2000 वोट है। 2000 ਵੋਟਰ ਨੇ। ਜ਼ਿਆਦਾ ਫਿਰ ਜੋ ਆਪਕੇ गांव के हैं ਤੁਹਾਡੇ ਪਿੰਡ ਦੇ ਨੇ, ਉਹ ਸਾਰੇ ਖੇਤੀ ਕਰਦੇ ਨੇ ਲੋਕ। ਉਹ हाँ, तमाम खेती करें। ਨੌਕਰੀਆਂ ਵਾਲੇ है नहीं। ਨੌਕਰੀ ਜਮੀ ਨਹੀਂ ਹੈ, ਜੋ ਨੇ ਉਹ ਖੇਤੀ ਵਾਲੇ ਨੇ। बच्चे को तो आकर तो बिल्कुल नहीं रहेगी, ये अब तक तो है। अगर कोई रिटायरमेंट हो जाए, आगे किसान का बच्चा कोई नौकरी नहीं होगी, हाल बेहाल हो जाएगा। हमारी ये लागे बेटी चौथ ने के कोरोना है, लॉकडाउन है, शराब तो खुली और स्कूल बंद। शराब तो खुली, स्कूल बंद। ਲੋਕਡਾਊਨ ਕਰਕੇ ਕਿੰਨਾ ਕੁ ਫਰਕ ਪਿਆ ਉੱਥੇ, ਮਤਲਬ ਗਰੀਬੀ क्या खतरा था लॉकडाउन है, था तो कौन कोरोना क्या बीमारी हमने बेरा करूँगी। ये 15 लाख आदमी हम मुझे पूर्ण करते उड़ा करूँ है हमारा कि मैं ये आज करूँ था कड़ा है कोरोना। इस बेटी चौथ का कौन लगता ਜਦੋਂ ਵੋਟ। ਹਾਂ भाई, हम तो ये तो नुका है, हम दोनों हमारे दो। इसने तो अंबानी अडानी वो चाहिए मुकेश, और यू एक को गंदा हर एक यू मोदी, दो चाहिए। ਜਦੋਂ ਵੋਟਾਂ ਆਉਂਦੀਆਂ ਉਦੋਂ ਕਰੋਨਾ ਹੁੰਦਾ ਨਹੀਂ ਤੇ ਆਮ ਲੋਕਾਂ ਲਈ ਕਰੋਨਾ। हाँ हाँ, सबके लिए कोरोना है। और वैसे कोरोना नहीं, शराब बिक रही है, स्कूल बंद है, इलेक्शन हो रहे हैं। ਲੋਕਾਂ ਦਾ ਕਹਿਣਾ ਕਿ ਬੀਜੇਪੀ ਸਰਕਾਰ ਅਗਲੇ ਵਾਰ ਬਿਲਕੁਲ ਨਹੀਂ ਸੈਂਟਰ ਦੇ ਵਿੱਚ ਆ ਸਕਦੀ। ਜੀਂਦ ਤੋਂ ਸੀ ਸਾਡੇ ਨਾਲ, ਹਿਸਾਰ ਤੋਂ ਸੀ। ਇਹਦਾ ਕਹਿਣਾ ਕਿ ਸਾਡੇ ਪਿੰਡਾਂ ਦੇ ਵਿੱਚ, ਜੀਂਦ ਦੇ ਵਿੱਚ, ਹਿਸਾਰ ਦੇ ਵਿੱਚ ਬਿਲਕੁਲ ਸਫਾਇਆ ਹੋ ਚੁੱਕਿਆ ਬੀਜੇਪੀ ਸਰਕਾਰ ਦਾ, ਤੇ ਅਸੀਂ ਵਿਰੋਧ ਵੀ ਵੱਧ ਚੜ੍ਹ ਕੇ ਕਰਦੇ ਹਾਂ ਉੱਥੇ ਲੋਕਾਂ ਤੋਂ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਔਨ ਪੰਜਾਬ TV ਤੇ। ਧੰਨਵਾਦ।